ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਹਾਜ਼ਰ ਹੋ ਗਏ ਜੀ। ਮੇਰੇ ਨਾਲ ਜੁੜ ਗਏ ਨੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ। ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਜੀ ਆਇਆਂ ਨੂੰ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ। ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ ਚੰਡੀਗੜ੍ਹ ਸਟੂਡੀਓ ਤੋਂ। ਬਹੁਤ ਮਿਹਰਬਾਨੀ ਜੀ। ਦਸਾਂਝ ਸਾਹਿਬ, ਪੰਜਾਬ ਫਿਰ ਇੱਕ ਵਾਰੀ ਐਂ ਲੱਗਦਾ ਜਿੱਦਾਂ ਪੰਜਾਬ ਵਾਲਿਆਂ ਨੂੰ ਨਿਰਾਸ਼ਤਾ ਦਾ ਮੂੰਹ ਦੇਖਣਾ ਪੈਣਾ। ਆਪਾਂ ਬਹੁਤ ਲੰਬੇ ਸਮੇਂ ਤੋਂ ਗੱਲਾਂ ਕਰਦੇ ਆਏ ਹਾਂ ਤੇ ਇੱਕ ਖਬਰ ਨੇ ਫਿਰ ਸਾਰੇ ਪੰਜਾਬੀਆਂ ਦਾ ਅੱਜ ਮਨ ਦੁਖੀ ਕੀਤਾ। ਪਹਿਲਾਂ ਜੇ ਰਾਜ ਸਭਾ ਵਾਲਾ ਮੁੱਦਾ ਠੰਡਾ ਨਹੀਂ ਸੀ ਪਿਆ, ਆਪੋਜੀਸ਼ਨ ਨੇ ਤੇ ਰੌਲਾ ਪਾਉਣਾ ਹੀ ਆ, ਆਪੋਜੀਸ਼ਨ ਨੇ ਤੇ ਨੁਕਸ ਕੱਢਣੇ ਹੀ ਆ ਸਰਕਾਰ ਦੇ, ਪਰ ਜਿਹੜਾ ਆਮ ਪੰਜਾਬੀ ਆ ਉਹਨੂੰ ਵੀ ਕਿਤੇ ਨਾ ਕਿਤੇ ਲੱਗਿਆ ਕਿ ਜਿਹੜੇ 92 ਵਿਅਕਤੀ ਹੀ ਚੁਣ ਕੇ ਭੇਜੇ ਆ, ਜਾਂ ਤੇ ਉਹਨਾਂ 'ਚ ਦਮ ਨਹੀਂ ਆ, ਜਾਂ ਫਿਰ ਉਹਨਾਂ 'ਚ ਪੰਜਾਬ ਵਾਲੀ ਖਮੀਰ ਨਹੀਂ ਆ, ਜਾਂ ਫਿਰ ਪਤਾ ਨਹੀਂ ਕੀ ਕਾਰਨ ਆ ਕਿ ਇੱਕਦਮ ਲੋਕ ਜਦੋਂ ਸੱਤਾ ਵਿੱਚ ਚਲ ਜਾਂਦੇ ਨੇ ਤੇ ਉਹ ਸਾਰਾ ਕੁਝ ਹੀ ਆਪਣਾ ਪਿਛੋਕੜ ਭੁੱਲ ਜਾਂਦੇ ਆ। ਪੰਜਾਬੀ ਕਾਫੀ ਨਿਰਾਸ਼ ਨੇ, NRI ਕਾਫੀ ਨਿਰਾਸ਼ ਨੇ। ਕੱਲ ਮੇਰੇ ਕੋਲ ਇੱਕ ਦੋਸਤ ਆਏ ਸੀ ਜਿਨ੍ਹਾਂ ਨੇ ਬਹੁਤ ਕੰਮ ਕੀਤਾ। ਤੁਹਾਡੇ ਇੱਥੇ ਪ੍ਰੋਫੈਸਰ ਨੇ ਜਲੰਧਰ ਤੋਂ, ਸਿੰਗਲਾ ਸਾਹਿਬ ਉਹਨਾਂ ਦਾ ਬੇਟਾ ਹੈ ਸੁਦੀਪ ਸਿੰਗਲਾ। ਉਹਨਾਂ ਨੇ 2 ਦਿਨ ਪਹਿਲਾਂ ਭਗਵੰਤ ਮਾਨ ਰਾਂਦੀ ਇੱਥੋਂ ਦੇ ਸਾਡੇ ਅੰਟਾਰੀਓ ਦੇ ਮੰਤਰੀਆਂ ਨਾਲ ਜ਼ੂਮ ਮੀਟਿੰਗ ਵੀ ਅਰੇਂਜ ਕੀਤੀ ਔਰ ਅੰਟਾਰੀਓ ਦਾ ਗਵਰਨਮੈਂਟ ਨਾਲ ਉਹਨਾਂ ਦਾ ਰਾਬਤਾ ਕਰਾਇਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕੁਝ ਵੱਖਰੀ ਤਰ੍ਹਾਂ ਦਾ ਕੰਮ ਹੋ ਸਕਦਾ, ਜਿਹਦੇ ਵਿੱਚ ਆਪਣੀ ਕਮਿਊਨਿਟੀ ਦੇ ਨੀਨਾ ਟਾਂਗਰੀ, ਪ੍ਰਭਜੋਤ ਸਰਕਾਰੀਆ ਔਰ ਆਪਣੇ MPP ਸਾਰੇ ਜਿਹੜੇ ਲਗਭਗ ਤੇ ਮੰਤਰੀ ਜਿਹੜੇ ਸੀਗੇ ਉਹ ਸ਼ਾਮਲ ਹੋਏ ਸੀਗੇ। ਬੜਾ ਉਤਸ਼ਾਹ, ਪਰ ਜਦੋਂ ਇਸ ਤਰ੍ਹਾਂ ਦੀ ਖਬਰ ਆਉਂਦੀ ਆ ਤੇ ਇੱਕਦਮ ਉਤਸ਼ਾਹ ਮੱਠਾ ਪੈਂਦਾ ਲੱਗਦਾ ਕਿਤੇ ਨਾ ਕਿਤੇ। ਪੰਜਾਬ 'ਚ ਚਰਚਾ ਬਹੁਤ ਹੋ ਰਹੀ ਆ, ਸਾਰੀ ਦੁਨੀਆ ਜਿਹ ਬੈਠੇ ਪੰਜਾਬੀ ਜਿਹੜੇ ਆ ਉਹ ਇਹਨੂੰ ਦੇਖ ਰਹੇ ਆ। ਕੀ ਖਬਰ ਹੈ ਤੇ ਕੀ ਤੇ ਇਹਦੇ ਤੁਹਾਨੂੰ ਅੰਜਾਮ ਨਜ਼ਰ ਆਉਂਦੇ ਆ? ਦੇਖੋ, ਲਾਜ਼ਮੀ ਹੈ ਕਿ ਵਿਰੋਧੀ ਜਿਹੜੀਆਂ ਪਾਰਟੀਆਂ ਉਹਨਾਂ ਨੇ ਤਾਂ ਇਹਦੇ ਤੇ ਨੁਕਤਾਚੀਨੀ ਕਰਨੀ ਹੋਈ ਸੀ, ਪਰ ਆਮ ਥੋੜਾ ਜਾਗਰੂਕ ਜਿਹੜਾ ਚੇਤਨ ਵਰਗ ਹੈ ਉਹਦੇ ਮਨ 'ਚ ਵੀ ਇਸ ਨੂੰ ਕਾਫੀ ਜ਼ਿਆਦਾ ਨਿਰਾਸ਼ਾ, ਚਿੰਤਾ ਹੈ ਬਈ ਆਊਟ ਆਫ ਵੇ ਜਾ ਕੇ ਜਿਵੇਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਆਫਿਸਰਸ ਤਲਬ ਕੀਤੇ ਤੇ ਉਹ ਜਿਵੇਂ ਖੜੀ ਲੱਤੇ ਉੱਥੇ ਦਿੱਲੀ ਪਹੁੰਚੇ, ਤੇ ਜਿਨ੍ਹਾਂ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਸ ਬਿਜਲੀ ਬਾਰੇ ਫੈਸਲਾ ਕਰਨਾ ਸੀ ਜਾਂ ਕੋਈ ਰਾਏ ਕਰਨੀ ਸੀ ਮੁਫਤ ਬਿਜਲੀ ਦੇਣ ਦੀ ਯੋਜਨਾ ਦੇ ਉੱਤੇ, ਉਸ ਮਹਿਕਮੇ ਦਾ ਮੰਤਰੀ, ਉਹਨਾਂ ਨੂੰ ਨਹੀਂ ਬੁਲਾਇਆ ਗਿਆ। ਸਿਰਫ ਊਰਜਾ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਭਗਵੰਤ ਮਾਨ ਦੇ ਤੇ ਪਾਵਰਕਾਮ ਦੇ ਚੇਅਰਮੈਨ ਬੁਲਾਏ ਗਏ ਤੇ ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ। ਤੇ ਹੱਦ ਤੋਂ ਵੱਧ ਇਹ ਹੋ ਗਿਆ ਵੀ ਪੰਜਾਬ ਦਾ ਬਿਜਲੀ ਮੰਤਰੀ ਤੇ ਪੰਜਾਬ ਦਾ ਮੁੱਖ ਮੰਤਰੀ ਉਸ ਮੀਟਿੰਗ ਸ਼ਾਮਲ ਨਹੀਂ, ਦਿੱਲੀ ਦਾ ਇੱਕ ਮੰਤਰੀ ਸਤਿੰਦਰ ਜੈਨ ਵੀ ਉਸ ਮੀਟਿੰਗ ਸ਼ਾਮਲ, ਤੇ ਜਿਹੜਾ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਪੰਜਾਬ ਤੋਂ, ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਲਾਇਆ ਗਿਆ ਕੇਂਦਰ ਵੱਲੋਂ ਇੰਚਾਰਜ ਰਾਘਵ ਚੱਡਾ, ਉਹ ਵੀ ਉਸ ਮੀਟਿੰਗ 'ਚ ਆ ਸਕਦਾ। ਪੰਜਾਬ ਬਾਰੇ ਫੈਸਲਾ ਕਰਨਾ ਹੋਵੇ ਤੇ ਪੰਜਾਬ ਦੀ ਸਰਕਾਰ ਦੀ ਨੁਮਾਇੰਦਗੀ ਕਰਨ ਵਾਲਾ ਜਿਹੜਾ ਸਭ ਤੋਂ ਪਹਿਲਾ ਵਿਅਕਤੀ ਹੈ ਮੁੱਖ ਮੰਤਰੀ, ਉਹਦੇ ਸ਼ਾਮਲ ਨਾ ਹੋਵੇ, ਤੇ ਜਿਸ ਬਿਜਲੀ ਬਾਰੇ ਗੱਲ ਕਰਨੀ ਹੋਵੇ ਤੇ ਉਹਦਾ ਮੰਤਰੀ ਵੀ ਉੱਥੇ ਸ਼ਾਮਲ ਨਾ ਹੋਵੇ, ਤੇ ਬਿਊਰੋਕ੍ਰੇਸੀ ਬੁਲਾ ਲਈ ਗਈ ਹੋਵੇ। ਇਹਨੇ ਜ਼ਰੂਰ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਲੈ ਕੇ ਗਈ ਹੈ ਇਹ ਘਟਨਾ ਵੀ ਇਹ ਕੰਟਰੋਲ ਜਿਹੜਾ ਆ ਪੰਜਾਬ ਦਾ ਉਹ ਦਿੱਲੀ ਤੋਂ ਹੀ ਚੱਲੇਗਾ। ਯਾਨੀ ਇੱਕ ਜਿਹੜਾ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਾਏ ਗਏ ਤੇ ਹਫ਼ਤੇ ਦਾ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਵਿਹਾਰ ਰਿਹਾ ਉਹਨਾਂ ਦੇ ਨਾਲ, ਤੇ ਉਦੋਂ ਇੱਕ ਨਵਾਂ ਲਫ਼ਜ਼ ਘੜਿਆ ਗਿਆ ਪੰਜਾਬ ਲਈ ਵੀ, ਨਵਜੋਤ ਸਿੰਘ ਸਿੱਧੂ ਸੁਪਰ CM ਬਣਨਾ ਚਾਹੁੰਦੇ ਨੇ। ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਸੁਪਰ CM ਨੇ। ਦਿੱਲੀ 'ਚ ਬੈਠ ਕੇ ਉਹ ਕੋਈ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਨਹੀਂ ਹੈ। ਦਿੱਲੀ 'ਚ ਬੈਠ ਕੇ ਦਿੱਲੀ ਦੇ ਮੁਕਾਬਲੇ ਮਤਲਬ ਪੰਜਾਬ ਦੇ ਮੁਕਾਬਲੇ ਕੋਈ ਸਟੇਟ ਦਾ ਦਰਜਾ ਵੀ ਨਹੀਂ ਹੈ ਦਿੱਲੀ ਨੂੰ, ਉਸ ਦੇ ਮੁੱਖ ਮੰਤਰੀ। ਇਹ ਠੀਕ ਹੈ ਕਿ ਉਹ ਪਾਰਟੀ ਦੇ ਸੁਪਰੀਮੋ ਆ, ਪਰ ਪਾਰਟੀ ਇਸ ਤਰੀਕੇ ਦੇ ਨਾਲ ਹਦਾਇਤ ਦੇਗੀ, ਮਤਲਬ ਪਾਰਟੀ ਦੇ ਸੁਪਰੀਮੋ ਹਦਾਇਤ ਦੇਣਗੇ ਬਿਊਰੋਕ੍ਰੇਸੀ ਨੂੰ, ਪੰਜਾਬ ਦੀ ਬਿਊਰੋਕ੍ਰੇਸੀ ਨੂੰ ਜਿਹੜੀ ਅੰਡਰ ਹੈਗੀ ਹੈ ਸਰਕਾਰ ਦੇ, ਤਾਂ ਇਹਦਾ ਮਤਲਬ ਹੈ ਕਿ ਬਾਈਪਾਸ ਕਰਕੇ ਪੰਜਾਬ ਦੀ ਸਰਕਾਰ ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ ਅਰਵਿੰਦ ਕੇਜਰੀਵਾਲ ਜੋ ਚਾਹੁਣਗੇ ਉਹ ਕਰਨਗੇ। ਇਹਦੇ ਨਾਲ ਫਿਰ ਉਹ ਜਿਹੜੇ ਇਲਜ਼ਾਮ ਲੱਗਦੇ ਰਹੇ ਸ਼ੁਰੂ ਦੇ ਵਿੱਚ ਆਮ ਆਦਮੀ ਪਾਰਟੀ ਤੇ, ਉਹ ਪ੍ਰਮਾਣਿਤ ਹੁੰਦੇ ਹੈ। ਤੇ ਹੱਦ ਇਹ ਵੀ ਹੈ
ਵੀ ਪੰਜਾਬ ਦੇ ਮੁੱਖ ਮੰਤਰੀ ਨੇ ਇਹਦੇ ਤੇ ਕਿਸੇ ਕਿਸਮ ਦਾ ਕੋਈ ਰਿਐਕਸ਼ਨ ਨਹੀਂ ਦਿੱਤਾ। 2-3 ਘੰਟੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਲੇ ਅਰਵਿੰਦ ਕੇਜਰੀਵਾਲ ਨੂੰ। 2-2.5 ਘੰਟੇ ਮੀਟਿੰਗ ਚੱਲੀ, ਪਰ ਜਿਹੜੇ ਟਵੀਟਸ ਉਹਨਾਂ ਨੇ ਕੀਤੇ ਉਹਦੇ 'ਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕਿ ਪਹਿਲਾਂ ਅਫਸਰਸ਼ਾਹੀ ਨਾਲ ਜਿਹੜੀ ਮੀਟਿੰਗ ਹੋਈ ਹੈ ਉਹਦੇ 'ਚ ਕੀ ਹੋਇਆ ਤੇ ਕੀ ਨਹੀਂ ਹੋਇਆ। ਸੋ ਇਹ ਸਾਰੇ ਪੰਜਾਬ ਦੇ ਵਿੱਚ ਵੀ ਜਿੱਥੇ ਜਿੱਥੇ ਪੰਜਾਬੀ ਲੋਕ ਬੈਠੇ ਆ, ਜਿੱਦਾਂ ਤੁਸੀਂ ਹੁਣੇ ਜ਼ਿਕਰ ਕੀਤਾ, ਐਨਆਰਆਈ ਭਾਈਚਾਰਾ ਜਿਹੜਾ ਸਾਡਾ, ਉਹਨਾਂ ਸਾਰਿਆਂ 'ਚ ਵੀ ਇਹ ਗੱਲ ਗਈ ਹੈ ਵੀ ਭਗਵੰਤ ਮਾਨ ਕਠਪੁਤਲੀ ਦੇ ਮੁੱਖ ਮੰਤਰੀ ਰਹਿ ਗਏ ਨੇ। ਬਹੁਤ ਜਲਦੀ ਉਹ ਕੁਝ ਹੋ ਰਿਹਾ ਹੈ ਜਿਹਦੇ ਲਈ ਕਿਹਾ ਜਾ ਰਿਹਾ ਸੀ ਵੀ ਕੋਈ ਸਮਾਂ ਲੱਗ ਸਕਦਾ ਹੈ, ਸਾਲ, 1.5 ਸਾਲ, 2 ਸਾਲ ਬਾਅਦ ਭਗਵੰਤ ਮਾਨ ਹੋਰਾਂ ਨੂੰ ਰਿਪਲੇਸ ਵੀ ਕੀਤਾ ਜਾ ਸਕਦਾ ਹੈ। ਇੱਦਾਂ ਦੀਆਂ ਗੱਲਾਂ ਪਹਿਲਾਂ ਚੱਲਦੀਆਂ ਸੀ, ਪਰ ਬਹੁਤ ਛੇਤੀ ਇਹ ਸਾਰਾ ਕੁਝ ਹੋਣ ਲੱਗ ਪਿਆ ਹੈ। 2 ਘਟਨਾਵਾਂ ਜਿਹਦਾ ਜ਼ਿਕਰ ਤੁਸੀਂ ਵੀ ਕੀਤਾ, ਇੱਕ ਤਾਂ ਅੱਜ ਦੀ ਘਟਨਾ ਹੋ ਗਈ। ਪਹਿਲੀ ਘਟਨਾ ਰਾਜ ਸਭਾ ਦੇ ਮੈਂਬਰ ਜਦੋਂ ਬਣਾਏ ਗਏ 5, ਤੇ ਉਹਦੇ 'ਚ ਜਿਹੜੇ ਲੋਕ ਲਏ ਗਏ ਉਹ 3 ਦਿਨ ਹੋਏ ਸੀ ਹਾਲੇ ਸਰਕਾਰ ਬਣੀ ਨੂੰ, ਉਦੋਂ ਹੀ ਵਾਪਰ ਗਿਆ ਤੇ ਹਾਲੇ ਪੂਰਾ ਮਹੀਨਾ ਨਹੀਂ ਹੋਇਆ ਤੇ ਸਰਕਾਰ ਨੂੰ ਬਾਈਪਾਸ ਕਰਕੇ, ਮੁੱਖ ਮੰਤਰੀ ਨੂੰ ਬਾਈਪਾਸ ਕਰਕੇ ਅਰਵਿੰਦ ਕੇਜਰੀਵਾਲ ਨੇ ਪ੍ਰਮਾਣਿਤ ਕਰ ਦਿੱਤਾ ਕਿ ਜੋ ਚਾਹੁਣਗੇ ਉਹ ਕਰਨਗੇ। ਤੇ ਵਿਧਾਨ ਦੀ ਵੀ, ਵਿਧਾਨਕ ਤੌਰ ਦੇ ਉੱਤੇ ਵੀ ਇਹ ਉਲੰਘਣਾ ਆ। ਫੈਡਰਲ ਸਟਰਕਚਰ ਜਿਹੜਾ ਸਾਡਾ ਹੈ ਉਹਦੇ ਤੇ ਵੀ ਇੱਕ ਕਿਸਮ ਦੀ ਸੱਟ ਹੈ ਤੇ ਕਾਨੂੰਨਨ ਵੀ ਇਹ ਠੀਕ ਨਹੀਂ ਹੈ। ਕਦੀ ਨਹੀਂ ਹੋਇਆ ਅੱਜ ਤੱਕ, ਇਹ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ। ਵੀ ਈਵਨ ਇੱਥੇ ਤੱਕ ਵੀ ਹੈ ਵੀ ਤੁਸੀਂ ਦੇਖੋ ਵੀ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਤੇ ਜਦੋਂ ਆਪਣੇ ਕੀ ਨਾ ਮੁੱਖ ਮੰਤਰੀ ਚੰਨੀ ਸੀਗੇ, ਤੇ ਨਵਜੋਤ ਸਿੰਘ ਸਿੱਧੂ ਬਹੁਤ ਵੋਕਲ ਵੀ ਹੈ, ਬਹੁਤ ਕਈ ਵਾਰੀ ਆਊਟ ਆਫ ਵੇ ਵੀ ਚੱਲ ਜਾਂਦੇ ਆ। ਉਹਦੇ ਬਾਵਜੂਦ ਉਹਨਾਂ ਨੇ ਆਪਣੀ ਬੇਬਸੀ ਜ਼ਾਹਰ ਕੀਤੀ ਸੀ ਵੀ ਦੇਖੋ ਗੱਲ ਇਹ ਹੈ ਵੀ ਮੈਂ ਤਾਂ ਪ੍ਰਸ਼ਾਸਨਿਕ ਕੰਮ ਨਹੀਂ ਕਰ ਸਕਦਾ, ਪ੍ਰਸ਼ਾਸਨਿਕ ਕੰਮ ਤਾਂ ਚੰਨੀ ਹੋਰਾਂ ਨੇ ਕਰਦੇ ਆ, ਮੈਂ ਤਾਂ ਗੱਲੇ ਹੀ ਕਰ ਸਕਦਾ, ਇਸ ਕਰਕੇ ਕੰਮ ਤਾਂ ਸਰਕਾਰ ਦੇ ਚੰਨੀ ਹੋਰਾਂ ਨੇ ਕਰਦੇ, ਉਹੀ ਕਰਨ, ਉਹਨਾਂ ਦੀ ਜ਼ਿੰਮੇਵਾਰੀ ਹੈ। ਮਤਲਬ ਇੱਕ ਵੱਡੀ ਪਾਰਟੀ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਵੀ ਆਪਣੀ ਬੇਬਸੀ ਜ਼ਾਹਰ ਕੀਤੀ ਸੀ। ਇੱਥੇ ਬੇਬਸੀ ਮੁੱਖ ਮੰਤਰੀ ਦੀ ਦਿਖਾਈ ਦੇ ਰਹੀ ਹੈ ਤੇ ਅਰਵਿੰਦ ਕੇਜਰੀਵਾਲ ਵਿਧਾਨਕ ਤੌਰ ਤੇ ਵੀ, ਕਾਨੂੰਨਨ ਵੀ ਇੱਕ ਉਲੰਘਣਾ ਕਰ ਰਹੇ ਨੇ ਇਹ ਸਾਰੇ ਕੁਝ ਦੀ। ਤੇ ਸਾਰਾ ਕੁਝ ਸਾਡੇ ਸਾਹਮਣੇ ਇਸ ਤਰ੍ਹਾਂ ਜਿਸ ਤਰ੍ਹਾਂ ਵਾਪਰਿਆ, ਉਹਨੇ ਇੱਕ ਚਿੰਤਾ ਜ਼ਰੂਰ ਪੈਦਾ ਕਰ। ਦਸਾਂਝ ਸਾਹਿਬ, ਮੈਂ ਇੱਕ ਚੀਜ਼ ਤੁਹਾਡੇ ਕੋਲ ਹੋਰ ਸਮਝਣੀ ਚਾਹੁੰਦਾ ਹਾਂ ਕਿ ਜਿਹੜੇ ਪੰਜਾਬ ਦੇ ਬਿਊਰੋਕਰੇਟ ਨੇ, ਆਈਐਸ ਅਫਸਰ ਨੇ, ਜਿੱਦਾਂ ਤੁਸੀਂ ਦੱਸਿਆ ਕਿ ਊਰਜਾ ਸੈਕਟਰੀ ਤੇ ਪਾਵਰਕਾਮ ਦੇ ਚੇਅਰਮੈਨ ਵਗੈਰਾ ਜਿਹੜੇ ਬੰਦੇ ਜਿਨ੍ਹਾਂ ਨੂੰ ਉਹਨਾਂ ਸੱਦਿਆ, ਉਹਨਾਂ ਨੂੰ ਵੀ ਤੇ ਸਿਵਲ ਸਰਵਿਸਿਜ਼ ਰੂਲ ਦਾ ਪਤਾ ਹੋਏਗਾ ਕਿ ਕੋਈ ਅਣਅਧਿਕਾਰਤ ਬੰਦਾ ਉਹਨਾਂ ਨੂੰ ਸੱਦੇ ਤੇ ਉਹ ਆਪਣੇ ਆਪ ਚਲੇ ਗਏ ਹੋਣਗੇ। ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਕਿ ਕੀ ਪੰਜਾਬ ਸਰਕਾਰ ਕੋਲੋਂ ਉਹਨਾਂ ਨੇ ਕੋਈ ਪਰਮਿਸ਼ਨ ਜਾਂ ਸਹਿਮਤੀ ਲਈ ਹੋਏਗੀ ਜਾਂ ਪੰਜਾਬ ਸਰਕਾਰ ਦੇ ਕੋਈ ਆਰਡਰ ਨਾਲ ਹੋਏ ਹੋਣਗੇ ਕਿ ਤੁਸੀਂ ਉੱਥੇ ਜਾ ਕੇ ਮੀਟਿੰਗ ਕਰ ਸਕਦੇ ਹੋ। ਅਦਰਵਾਈਜ਼ ਜੇਕਰ ਜਿਹੜੇ ਸੀਨੀਅਰ ਆਈਐਸ ਅਫਸਰ ਨੇ, ਜਿਹੜੇ ਸਰਕਾਰਾਂ ਚਲਾਉਂਦੇ ਨੇ, ਉਹਨਾਂ ਦਾ ਇੰਨਾ ਤਜਰਬਾ ਆ, ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਤੇ ਹੋਏਗਾ ਹੀ ਕਿ ਸਾਨੂੰ ਕੋਈ ਬੰਦਾ ਵਿਅਕਤੀ ਬਾਹਰ ਦਾ ਸੀਐਮ, ਕੱਲ ਨੂੰ ਖੱਟੜ ਸਾਹਿਬ ਉਹਨਾਂ ਨੂੰ ਮੀਟਿੰਗ ਸੱਦ ਲੈਣ ਤੇ ਉਹ ਬਿਨਾਂ ਪੰਜਾਬ ਸਰਕਾਰ ਦੀ ਇਜਾਜ਼ਤ ਤੋਂ ਕਿੱਦਾਂ ਉੱਥੇ ਜਾ ਸਕਦੇ ਆ। ਤੇ ਕਿਸ ਕਪੈਸਿਟੀ 'ਚ ਸੱਦਣਾ ਵੱਖਰੀ ਗੱਲ ਹੈ, ਕਿਸ ਕਪੈਸਿਟੀ 'ਚ ਉਹ ਲੋਕ ਗਏ, ਕਿ ਪੰਜਾਬ ਸਰਕਾਰ ਤੋਂ ਕੋਈ ਲਿਖਤੀ ਮੂੰਹ ਜ਼ਬਾਨੀ ਕੋਈ ਆਰਡਰ, ਕੋਈ ਗੱਲ, ਕੋਈ ਕਿਸੇ ਨੇ ਸਪਸ਼ਟੀਕਰਨ ਦਿੱਤਾ ਜਾਂ ਨਹੀਂ। ਜੇ ਇਦਾਂ ਹੋਇਆ ਤੇ ਉਹ ਅਫਸਰ ਵੀ ਤੇ ਕਟਾਰੇ 'ਚ ਖੜੇ ਹੁੰਦੇ ਆ ਨਾ, ਉਹ ਕਿਹਦੀ ਪਰਮਿਸ਼ਨ ਨਾਲ ਉੱਥੇ ਪਹੁੰਚੇ? ਦੇਖੋ ਕੋਈ ਲਿਖਤੀ ਤਾਂ ਸਾਡੇ ਸਾਹਮਣੇ ਕੁਝ ਨਹੀਂ ਹੈ, ਨਾ ਹੀ ਉਹਨਾਂ ਨੇ ਕੁਝ ਇਹਦੇ ਬਾਰੇ ਦੱਸਿਆ। ਤੇ ਤਾਂ ਹੁਣ ਓਪੋਜੀਸ਼ਨ ਵੀ ਪੁੱਛ ਰਹੀ ਹੈ, ਆਪਾਂ ਵੀ ਪੁੱਛ ਰਹੇ ਹਾਂ। ਇਹ ਪੋਸੀਬਿਲਿਟੀ ਇਹੀ ਹੈ ਕਿ ਸੀਐਮਓ ਨੂੰ ਮਤਲਬ ਥੋੜਾ ਬਹੁਤ ਜ਼ਬਾਨੀ ਕਲਾਮੀ ਕਿਤੇ ਇਨਫੋਰਮ ਕਰਕੇ ਉਹ ਚਲੇ ਗਏ ਨੇ। ਤੇ ਇਹ ਬਿਲਕੁਲ ਹੀ ਜਿੱਦਾਂ ਤੁਸੀਂ ਕਿਹਾ ਕਿ ਕਪੈਸਿਟੀ ਤਾਂ ਬਣਦੀ ਨਹੀਂ ਉਹਨਾਂ ਦੀ, ਕੋਈ ਵੀ ਕਿਸੇ ਵੇਲੇ ਵੀ ਕੋਈ ਕਾਲ ਕਰ ਦੇਗਾ ਕਿ ਇਹ ਤਾਂ ਮੈਨੂੰ ਇਹ ਵੀ ਲੱਗਦਾ, ਇਹ ਤਾਂ ਸ਼ਾਇਦ ਭਗਵੰਤ ਮਾਨ ਹੋਰਾਂ ਨੂੰ ਵੀ ਤੇ ਪੰਜਾਬ ਦੀ ਬਾਕੀ ਸਰਕਾਰ ਨੂੰ ਵੀ ਸੋਚਣਾ ਪਏਗਾ ਵੀ ਇਹਦਾ ਮਤਲਬ ਹੈ ਕਿ ਸਰਕਾਰ ਫਿਰ ਉਹੀ ਗੱਲ ਹੋਈ ਹੈ ਕਿ ਬਿਊਰੋਕ੍ਰੇਸੀ ਹੀ ਚਲਾਏਗੀ। ਫਿਰ ਭਗਵੰਤ ਮਾਨ ਹੋਰਾਂ ਦਾ ਜਾਂ ਬਾਕੀ ਸਰਕਾਰ ਦਾ ਮਤਲਬ ਕੀ ਹੈ? ਜੇ ਬਿਊਰੋਕ੍ਰੇਸੀ ਨੂੰ ਡਾਇਰੈਕਟ ਜਿਹੜਾ ਆ ਅਪਰੋਚ ਕਰਕੇ ਜੋ ਚਾਹਣਗੇ ਅਰਵਿੰਦ ਕੇਜਰੀਵਾਲ ਕਰਾਉਣਗੇ, ਫਿਰ ਇਹ ਸਰਕਾਰ ਦਾ ਕੀ ਮਤਲਬ ਹੈ? ਤੇ ਮੈਨੂੰ ਲੱਗਦਾ ਕਿ ਜ਼ੁਬਾਨੀ ਕਲਾਮੀ ਕੋਈ ਹੋ ਸਕਦਾ, ਨਹੀਂ ਤਾਂ ਹੁਣ ਤੱਕ ਜਿਸ ਤਰ੍ਹਾਂ ਇਹ ਸਾਰਾ ਕੁਝ ਵਾਪਰਿਆ ਉਹਦੇ 'ਚ ਕਿਸੇ ਨਾ ਕਿਸੇ ਕਿਸਮ ਦੀ ਤਾਂ ਗੱਲ ਆਉਣੀ ਚਾਹੀਦੀ ਸੀ। ਨਾ ਤਾਂ ਉਹਨਾਂ 92 ਜਿਹੜੇ ਤੁਸੀਂ ਕਹਿ ਦਿਓ ਵਿਧਾਇਕ, ਇਹਨਾਂ ਵਿੱਚੋਂ ਕੋਈ ਇਸ ਮਸਲੇ ਤੇ ਬੋਲਿਆ, ਨਾ ਹੀ ਮੁੱਖ ਮੰਤਰੀ ਨੇ ਇਹਦੇ ਤੇ ਕੋਈ ਗੱਲ ਕੀਤੀ ਹੈ। ਉਲਟਾ ਇਹ ਹੈ ਕਿ ਬੜੇ ਖੁਸ਼ ਤਬੀਅਤ ਦੇ ਨਾਲ ਭਗਵੰਤ ਮਾਨ ਹੋਰਾਂ ਨੇ ਰਾਸ਼ਟਰਪਤੀ ਤੋਂ ਉਪ ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਰਾਂ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਦੇ ਘਰ 'ਚ ਜਾ ਕੇ। ਤੇ ਉਸ ਤੋਂ ਬਾਅਦ ਪ੍ਰੈਸ ਨੂੰ ਤਾਂ ਸਿੱਧੇ ਤੌਰ ਤੇ ਮੁਖਾਤਬ ਨਹੀਂ ਹੋਏ, ਟਵੀਟ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਵੀ ਚੰਗੀ ਮੀਟਿੰਗ ਹੋਈ ਹੈ ਜੀ, ਬੜੀ ਛੇਤੀ ਪੰਜਾਬ ਨੂੰ ਇੱਕ ਖੁਸ਼ਖਬਰੀ ਮਿਲਣ ਵਾਲੀ ਹੈ।
ਕਿਹੜੀ ਖੁਸ਼ਖਬਰੀ ਕਿਹੜੀ ਨਹੀਂ ਹੈ, ਪਰ ਪੰਜਾਬ ਅੱਜ ਤੱਕ ਖੁਸ਼ ਨਹੀਂ ਹੈ ਇਸ ਸਾਰੇ ਘਟਨਾਕ੍ਰਮ ਤੋਂ। ਤੇ ਬਿਊਰੋਕ੍ਰੇਸੀ ਦੇ ਉੱਤੇ ਵੀ ਸਵਾਲ ਉੱਠਦੇ ਆ, ਪਰ ਵੱਡਾ ਸਵਾਲ ਸਰਕਾਰ ਦੇ ਉੱਤੇ ਹੀ ਹੈ ਵੀ ਕਿ ਬਿਊਰੋਕ੍ਰੇਸੀ ਤੋਂ ਕੰਮ ਲੈਣਾ ਸੀ ਸਰਕਾਰ ਨੇ, ਉਲਟਾ ਬਿਊਰੋਕ੍ਰੇਸੀ ਸਰਕਾਰ ਨੂੰ ਹੁਣ ਚਲਾਏਗੀ। ਜਿਵੇਂ ਜੋ ਪਹਿਲਾਂ ਹੁੰਦਾ ਰਿਹਾ ਹੁਣ ਵੀ ਉੱਤੇ ਹੋਏਗਾ, ਇਹਦਾ ਮਤਲਬ ਉਹਦੇ ਨਾਲੋਂ ਵੀ ਜ਼ਿਆਦਾ ਬੁਰਾ ਹੋ ਸਕਦਾ ਹੈ ਵੀ ਹਾਂ ਸਰਕਾਰ ਦੀ ਪਰਵਾਹੀ ਨਹੀਂ ਹੋਊਗੀ। ਉੱਥੇ ਤੱਕ ਕੋਈ ਡਰ ਸੀ ਪਿਛਲੀਆਂ ਸਰਕਾਰਾਂ ਦੇ ਹੁੰਦਿਆਂ ਬਿਊਰੋਕ੍ਰੇਸੀ ਨੂੰ, ਇੱਥੇ ਤਾਂ ਇਸ ਹਿਸਾਬ ਦੇ ਨਾਲ ਡਰ ਹੀ ਕੋਈ ਨਹੀਂ ਰਹੇਗਾ ਕਿ ਸਾਡਾ ਆਕਾ ਤਾਂ ਅਰਵਿੰਦ ਕੇਜਰੀਵਾਲ ਹੈ, ਭਗਵੰਤ ਮਾਨ ਜਾਂ ਕੋਈ ਹੋਰ ਨਹੀਂ ਹੈ। ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਸਟੈਪ ਚੁੱਕਿਆ ਗਿਆ ਅਰਵਿੰਦ ਕੇਜਰੀਵਾਲ ਵੱਲੋਂ, ਇਹ ਕੋਈ ਹੈਲਦੀ ਪੋਲਿਟਿਕਸ ਨਹੀਂ ਹੈ। ਇਹ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਆਪਣੇ ਵਾਸਤੇ ਨਵੀਂ ਮੁਸੀਬਤ ਪੈਦਾ ਕਰ ਦਿੱਤੀ। ਦਸਾਂਝ ਸਾਹਿਬ, ਤੁਸੀਂ ਹੈਲਦੀ ਜਾਂ ਅਨਹੈਲਦੀ ਕਹਿ ਰਹੇ ਹੋ, ਮੈਂ ਕਹਿੰਦਾ ਆਤਮਘਾਤੀ ਸਟੈਪ ਆ। ਲੱਗਦਾ ਇਹ ਆ ਕਿ ਭਾਵੇਂ ਪੰਜਾਬੀਆਂ ਨੇ ਮੌਕਾ ਉਹਨਾਂ ਨੂੰ ਦੇ ਦਿੱਤਾ ਬਾਰ-ਬਾਰ, ਉਹਨਾਂ ਦਾ ਕੀ ਇੱਕ ਮੌਕਾ ਦੇ ਕੇ ਵੇਖੋ, ਪਰ ਜਿਹੜੀ ਪੰਜਾਬ ਦੀ ਖਮੀਰ ਹੈ ਉਹਨੂੰ ਸ਼ਾਇਦ ਕਿਤੇ ਨਾ ਕਿਤੇ ਉਹ ਨਹੀਂ ਸਮਝ ਪਾ ਰਹੇ। ਆਪਾਂ ਗੱਲ ਬਹੁਤ ਵਾਰ ਕੀਤੀ ਆ ਕਿ ਪੰਜਾਬ ਦੇ ਕਲਚਰ ਨੂੰ, ਪੰਜਾਬ ਦੀ ਸੱਭਿਅਤਾ ਨੂੰ, ਪੰਜਾਬ ਦੇ ਜੋ ਸਾਡਾ ਨਾਬਰ ਸੁਭਾਅ, ਨਾਬਰ ਸ਼ਬਦ ਆਪਾਂ ਬਾਰ-ਬਾਰ ਵਰਤਦੇ ਆ, ਐਵੇਂ ਨਾਬਰ ਤੇ ਨਹੀਂ ਨਾ ਵੀ ਹਰ ਗੱਲ ਤੇ ਨਾਬਰ ਆ, ਮਤਲਬ ਕੋਈ ਸੋਚ ਸਮਝ ਕੇ ਹੀ ਕੋਈ ਨਾਬਰੀ ਦਿਖਾਉਂਦਾ ਹੈ ਨਾ। ਤੇ ਮੈਂ ਸਮਝਦਾ ਕਿ ਮੈਂ ਅੱਗੇ ਸਵਾਲ ਕਰ ਰਿਹਾ ਸੀ ਤੁਹਾਡੇ ਤੋਂ ਪਹਿਲਾਂ ਜਿਹੜੇ ਗੈਸਟ ਸੀਗੇ ਕਿ ਅਸੀਂ ਕਹਿੰਦੇ ਆ ਕਿ ਪੰਜਾਬੀ ਬੜੇ ਖਾੜਕੂ ਨਾਬਰ ਸੁਭਾਅ ਦੇ ਲੋਕ ਆ, ਤੇ ਜਿਹੜੇ 92 ਆਪਾਂ ਚੁਣ ਕੇ ਭੇਜੇ ਉਹ ਵੀ ਤੇ ਸਾਰੇ ਦੇ ਸਾਰੇ ਪੰਜਾਬੀ ਆ। ਉਹਨਾਂ ਨੂੰ ਕਿਹੜੀ ਬਿੱਲੀ ਛਿੱਕ ਮਾਰ ਗਈ ਕਿ ਉਹ ਬਿਲਕੁਲ ਹੀ ਉਹਨਾਂ ਨੂੰ ਦੰਦਲ ਹੀ ਪੈ ਗਈ, ਕੋਈ ਇੱਕ ਵੀ ਨਹੀਂ ਬੋਲਣ ਜੋਗਾ? ਉਹ ਤਾਂ ਦੇਖੋ ਜੀ, ਐਵੇਂ ਇੱਕ ਹਰ ਕੌਮ ਦਾ ਸੁਭਾਅ ਹੁੰਦਾ ਕਿ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਬਿਹਤਰੀਨ ਕੌਮ ਦੱਸਣਾ। ਪੰਜਾਬੀ ਜਦੋਂ ਗੱਲ ਕਰਦੇ ਆ ਲੱਗਦਾ ਕਿ ਦੁਨੀਆ 'ਚ ਪੰਜਾਬੀਆਂ ਵਰਗੀ ਕੋਈ ਕੌਮ ਹੀ ਨਹੀਂ ਹੈਗੀ। ਨਾਬਰੀ ਜਾਂ ਬਹਾਦਰੀ ਦੇ ਟੈਸਟ ਇੱਕ ਤੋਂ ਵੱਧ ਵਾਰ ਪੰਜਾਬ ਦੇ ਵਿੱਚ ਹੋਏ ਆ। ਇਹ ਨਹੀਂ ਹੈ ਕਿ ਪੰਜਾਬੀਆਂ ਨੇ ਕਦੀ ਕੋਈ ਮੁਕਾਬਲਾ ਨਹੀਂ ਕੀਤਾ, ਪੰਜਾਬੀਆਂ ਨੇ ਕੋਈ ਸੰਘਰਸ਼ ਨਹੀਂ ਕੀਤਾ, ਬੜੇ ਸੰਘਰਸ਼ ਕੀਤੇ। ਹੁਣੇ ਕਿਸਾਨ ਅੰਦੋਲਨ ਪੰਜਾਬੀਆਂ ਦੀ ਅਗਵਾਈ 'ਚ ਲੜਿਆ ਗਿਆ, ਪਰ ਇਹੀ ਪੰਜਾਬ ਹੈ ਜਿੱਥੇ 6 ਵਜੇ ਤੁਹਾਡੇ ਇਲਾਕਿਆਂ 'ਚ ਤਾਂ ਖਾਸ ਤੌਰ ਦੇ ਉੱਤੇ ਮਾਝੇ ਦੇ ਵਿੱਚ 6 ਵਜੇ ਥਾਣੇ ਬੰਦ ਹੋ ਜਾ ਕਰਦੇ ਸੀ। ਜਿਹੜੇ ਥਾਣੇ ਬੰਦ ਕਰਦੇ ਸੀ ਉਹ ਵੀ ਤਾਂ ਪੰਜਾਬੀ ਸੀ ਨਾ, ਜਿਹੜੇ ਥਾਣੇ ਬੰਦ ਕਰਵਾਉਂਦੇ ਸੀ ਉਹ ਵੀ ਪੰਜਾਬੀ ਸੀ। ਕਰਾਉਣ ਵਾਲੇ ਪੰਜਾਬੀ ਸੀ ਨਾ ਜੀ, ਕਰਾਉਣ ਵਾਲੇ ਪੰਜਾਬੀ ਸੀ, ਉਹਨਾਂ ਦੇ ਹੱਥ 'ਚ ਗਨ ਸੀਗੀ। ਕੋਈ ਥੋੜਾ ਜਿਹਾ ਵੱਖਰਾ ਸਿਨੈਰੀਓ ਸੀ ਮੈਨੂੰ ਲੱਗਦਾ। ਉਹ ਮੈਂ ਉਹੀ ਕਹਿ ਰਿਹਾ, ਬੰਦ ਕਰਵਾਉਣ ਜਾਂ ਜਿਨ੍ਹਾਂ ਦੀ ਦਹਿਸ਼ਤ ਸੀ ਉਹ ਵੀ ਪੰਜਾਬੀ ਸੀ, ਜਿਹੜੇ ਦਹਿਸ਼ਤ ਜ਼ਿਆਦਾ ਹੋ ਕੇ ਥਾਣੇ ਬੰਦ ਕਰ ਜਾਂਦੇ ਸੀ ਉਹ ਵੀ ਪੰਜਾਬੀ ਸੀ। ਮਤਲਬ ਇਹ ਹਰ ਚੀਜ਼ ਨੈਗੇਟਿਵ ਪੋਜ਼ਿਟਿਵ ਵੀ ਹੁੰਦਾ ਤੇ ਸਾਰਾ ਕੁਝ ਹੁੰਦਾ। ਨਾਬਰੀ ਵਾਲਾ ਇਹ ਆ ਵੀ ਠੀਕ ਹੈ, ਪੰਜਾਬ ਨੇ ਬਾਕੀ ਸੂਬਿਆਂ ਨਾਲੋਂ ਬਿਹਤਰ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦਾ ਮੁਕਾਬਲਾ ਕੀਤਾ, ਪਰ ਨਾਬਰੀ ਦਾ ਜਿਹੜਾ ਸਿਧਾਂਤ ਹੈ ਜਾਂ ਨਾਬਰੀ ਦੀ ਜਿਹੜੀ ਰੀਤ ਹੈ ਉਹ ਇਕੱਲੇ ਪੰਜਾਬੀ ਕੌਮ ਕੋਈ ਹੈ, ਏਦਾਂ ਦੀ ਗੱਲ ਨਹੀਂ ਹੈ। ਦੁਨੀਆ ਦੀ ਹਰ ਕੌਮ ਹੀ ਏਦਾਂ ਦੀ ਹੁੰਦੀ ਹੈ। ਹੁਣ ਅਸੀਂ ਦੇਖ ਹੀ ਰਹੇ ਹਾਂ ਦੁਨੀਆ ਭਰ ਦੇ ਵਿੱਚ ਜੋ ਕੁਝ ਹੋ ਰਿਹਾ, ਜੋ ਅਰਬ ਨੇ ਜਿਹੜਾ ਬਰਦਾਸ਼ਤ ਕੀਤਾ ਉਹ ਵੀ ਸਾਡੇ ਸਾਹਮਣੇ, ਜੋ ਅਫਗਾਨੀਆਂ ਨੇ ਬਰਦਾਸ਼ਤ ਕੀਤਾ ਉਹ ਵੀ ਸਾਡੇ ਸਾਹਮਣੇ। ਚਲੋ ਖੈਰ ਦੀਆਂ ਗੱਲਾਂ। ਓਵਰਆਲ ਜਿਸ ਤਰ੍ਹਾਂ ਦੀ ਸਿਆਸਤ ਹੈ ਪੰਜਾਬ ਦੇ ਵਿੱਚ ਇਸ ਵੇਲੇ ਦੀ, ਉਹਦੇ ਜਿਹੜੇ 92 ਵਿਧਾਇਕਾਂ ਦਾ ਤੁਸੀਂ ਜ਼ਿਕਰ ਕੀਤਾ ਉਹ ਵੀ ਪੰਜਾਬੀ ਹੈ, ਪਰ ਉਹਨਾਂ ਨੇ ਕੋਈ ਗੱਲ ਕੀਤੀ ਜਾਂ ਨਹੀਂ ਕੀਤੀ। ਪਰ ਪੰਜਾਬ ਦੀਆਂ ਫਜ਼ਾਵਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਇਹ 92 ਵਿਧਾਇਕ ਚੁਣ ਕੇ ਭੇਜੇ ਆ, ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਹਲਚਲ ਜਿਹੜੀ ਹੈ ਉਹ ਹੈ ਇਸ ਵੇਲੇ ਦਿਖਾਈ ਦੇ ਰਹੀ ਹੈ। ਤੇ ਲੋਕ ਸਵਾਲ ਵੀ ਇਹਨਾਂ ਲੋਕਾਂ ਨੂੰ ਕਰਨ ਲੱਗ ਪਏ ਨੇ ਜਿਨ੍ਹਾਂ ਨੂੰ ਚੁਣ ਕੇ ਭੇਜਿਆ, ਉਹਨਾਂ ਨੂੰ ਲੋਕਾਂ ਨੇ ਫਿਰ ਤੋਂ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਹਾਲੇ ਤਾਂ ਬਹੁਤ ਘੱਟ ਸਮਾਂ ਹੋਇਆ। ਤੁਸੀਂ ਸਾਰੇ ਇਹ ਗੱਲ ਜਿਹੜੀ ਹੈ ਇਹ ਕਹਿ ਰਹੇ ਆ ਬਾਰ-ਬਾਰ, ਏਦਾਂ ਦੀਆਂ ਵੱਜਰ ਕਿਸਮ ਦੀਆਂ ਗਲਤੀਆਂ ਕਰਨ ਦੇ ਬਾਵਜੂਦ ਵੀ ਇਹ ਸਰਕਾਰ ਨੂੰ ਹਾਲੇ ਕੁਝ ਵਕਤ ਦੇਣਾ ਚਾਹੀਦਾ। ਪਰ ਜਿੱਦਾਂ ਦੀਆਂ ਵੱਜਰ ਗਲਤੀਆਂ ਇਹ ਕਰ ਰਹੀ ਹੈ ਸਰਕਾਰ, ਜਾਂ ਇਹ ਸਰਕਾਰ ਨੂੰ ਚਲਾਉਣ ਵਾਲਾ ਬੰਦਾ ਅਰਵਿੰਦ ਕੇਜਰੀਵਾਲ, ਉਹ ਸੱਚਮੁੱਚ ਜਿਹੜਾ ਲਫ਼ਜ਼ ਤੁਸੀਂ ਵਰਤਿਆ ਵੀ ਇਹ ਗੁਨਾਹ ਵੀ ਹੈ ਤੇ ਆਤਮਘਾਤੀ ਵੀ ਹੈ। ਹਾਂਜੀ, ਅੱਛਾ ਦਸਾਂਝ ਸਾਹਿਬ, ਆਤਮਘਾਤੀ ਮੈਂ ਸ਼ਬਦ ਤਾਂ ਵਰਤਿਆ ਕਿਉਂਕਿ ਇੱਕ ਚੀਜ਼ ਬਾਰ-ਬਾਰ ਪੱਤਰਕਾਰ ਭਰਾ ਜਿਹੜੇ ਉਹ ਉਭਾਰ ਰਹੇ ਆ ਕਿ ਦਿੱਲੀ ਅਧੂਰੀ ਜੀ ਸਟੇਟ ਸੀ, ਇੱਕ ਕਿਸਮ ਦੀ ਮਿਊਨਿਸਪੈਲਿਟੀ ਵਰਗੇ ਉਹਨਾਂ ਕੋਲ ਅਧਿਕਾਰ ਸੀ। ਕੇਜਰੀਵਾਲ ਨੂੰ ਪੂਰੀ ਉਡਾਨ ਭਰਨ ਲਈ ਇੱਕ ਫੁੱਲ ਫਲੈਸ਼ ਸਟੇਟ ਚਾਹੀਦੀ ਸੀ, ਉਹ ਵੀ ਪੰਜਾਬ ਵਰਗੀ। ਬੜੀ ਨਾਜ਼ੁਕ ਸਟੇਟ ਸਾਡੀ, ਸੈਂਸਿਟਿਵ ਆ, ਬਾਰਡਰ ਦੇ ਕੰਢੇ ਤੇ ਆ, ਬਾਕੀ ਭਾਰਤ ਨਾਲੋਂ ਬਹੁਤ ਵਖਰੇਵੇਂ ਨੇ ਇਹਦੇ ਵਿੱਚ। ਆਬਾਦੀ ਦਾ ਜਿਹੜਾ ਤਵਾਜ਼ਨ ਆ ਉਹ ਵੀ ਦੂਜਿਆਂ ਨਾਲੋਂ ਅਲੱਗ ਆ। ਇੱਕ ਬਹੁਤ ਛੋਟੀ ਜੀ ਘੱਟ ਗਿਣਤੀ ਬਹੁ ਗਿਣਤੀ 'ਚ ਆ ਇੱਥੇ, ਤੇ ਆਪਣਾ ਇਤਿਹਾਸ ਵੀ ਵੱਖਰਾ ਆ। ਕਦੀ ਇਹ ਸਟੇਟ ਇੰਡੀਪੈਂਡੈਂਟ ਸਟੇਟ ਵੀ ਰਹੀ ਆ ਭਾਰਤ ਨਾਲੋਂ ਵੱਖਰੀ। ਜਦੋਂ ਸ਼ਾਹ ਮੁਹੰਮਦ ਦਾ ਪੜ੍ਹਦੇ ਆ ਜੰਗਨਾਮਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਤੇ ਐਂ ਲੱਗਦਾ ਕਿ ਪੰਜਾਬ ਕਦੀ ਵੀ ਹਿੰਦ ਦੇ ਥੱਲੇ ਨਹੀਂ ਰਹਿ ਸਕਦਾ ਜਾਂ ਰਿਹਾ।
ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਜਿਹੜੀ ਯੁੱਧ ਦੀ ਗੱਲ ਹੈ, ਐਂਗਲੋ ਇੰਡੀਅਨ ਵਾਰ ਜਿਹਨੂੰ ਆਪਾਂ ਕਹਿੰਦੇ ਆ। ਤੇ ਹੁਣ ਇੱਕ ਮੌਕਾ ਮਿਲਿਆ ਕੇਜਰੀਵਾਲ ਨੂੰ, ਉਹਦੇ ਕਹਿਣ ਤੇ ਲੋਕਾਂ ਨੇ ਜਿੱਦਾਂ ਉਹਨਾਂ ਕਿਹਾ ਕਿ ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਮੌਕਾ ਸਾਨੂੰ ਦੇ ਕੇ ਵੇਖੋ, ਤੁਸੀਂ ਇਹ ਪਰਖੇ ਹੋਏ ਲੋਕ ਆ। ਲੋਕਾਂ ਨੇ ਉਹਨਾਂ ਨੂੰ ਮੌਕਾ ਵੀ ਦੇ ਦਿੱਤਾ ਤੇ ਉਹਨਾਂ ਦੀ ਉਡਾਨ ਵੀ ਬੜੀ ਉੱਚੀ ਜਾਣ ਉਹਨਾਂ ਨੂੰ ਉਮੀਦ ਹੈ ਕਿ ਮੈਂ ਸ਼ਾਇਦ ਆਉਣ ਵਾਲਾ ਪ੍ਰਧਾਨ ਮੰਤਰੀ ਵੀ ਬਣ ਸਕਾਂ ਭਾਰਤ ਦਾ। ਤੇ ਉਹਨਾਂ ਨੂੰ ਇੱਕ ਮਾਡਲ ਸਟੇਟ ਚਾਹੀਦੀ ਸੀ ਕਿ ਅਸੀਂ ਕਰਕੇ ਕੁਝ ਦਿਖਾਈਏ। ਜੇ ਉਹ ਇਦਾਂ ਦੀਆਂ ਗਲਤੀਆਂ ਦੁਹਰਾਉਂਦੇ ਗਏ ਤੇ ਫਿਰ ਨਾ ਤੇ ਉਹ ਕੁਝ ਕਰਨ ਦੇ ਸਮਰੱਥ ਹੋਣਗੇ। ਇੱਕ ਵੱਡਾ ਚੈਲੰਜ ਸੀਗਾ ਪੰਜਾਬ ਵਰਗੀ ਸਟੇਟ ਨੂੰ ਲੈ ਕੇ ਜਿਹੜੀ ਬਹੁਤ ਕਰਜ਼ੇ ਥੱਲੇ ਆ। ਬਾਕੀ ਗੱਲਾਂ ਮੈਂ ਗਿਣਾਤੀਆਂ ਨੇ ਵੀ ਸਾਡਾ ਕੀ ਭਾਰਤ ਨਾਲੋਂ ਵੱਖਰੇਵੇਂ ਨੇ, ਤੇ ਉਹਦੇ ਵਿੱਚ ਉਹ ਜਿਹੜਾ ਮਾਡਲ ਸਥਾਪਿਤ ਕਰਨਾ ਚਾਹੁੰਦੇ ਸੀਗੇ, ਉਹਨੂੰ ਲੈ ਕੇ ਉਹਨਾਂ ਨੇ ਬਾਕੀ ਸਟੇਟਾਂ 'ਚ ਆਪਣੀ ਐਂਟਰੀ ਕਰਨੀ ਸੀ, ਪੈਰ ਪਸਾਰਨੇ ਸੀ। ਤੇ ਜੇ ਉਹ ਇੱਥੇ ਇਹ ਕੰਮ ਸ਼ੁਰੂ ਹੋ ਗਿਆ, ਗਲਤੀਆਂ ਹੋ ਗਈਆਂ, ਤੇ ਕੀ ਉਹਨਾਂ ਦੀ ਪਰ ਵੀ ਨਹੀਂ ਕੁਤਰੇ ਜਾਣਗੇ? ਦੇਖੋ, ਜਿਸ ਮਤਲਬ ਫੌਰੀ ਤੌਰ ਦੇ ਜਿਹੜੇ ਮਸਲਿਆਂ ਦੇ ਵਿੱਚ ਪੰਜਾਬੀ ਬੰਦਾ ਉਲਝਿਆ ਹੋਇਆ ਹੈ, ਰੋਜ਼ਮਰਰਾ ਦੀਆਂ ਜਿਹੜੀਆਂ ਮੁਸੀਬਤਾਂ ਪੰਜਾਬੀ ਬੰਦੇ ਨੂੰ ਪੈਂਦੀਆਂ, ਤੇ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਨੇ ਕੀਤੇ ਆ, ਉਹਦੇ 'ਚ ਜਿਹੜੀ ਉਹਨਾਂ ਦੀ ਪੋਪੂਲਿਸਟ ਪੋਲੀਟਿਕਸ ਹੈ, ਉਹਦੀ ਵਰਤੋਂ ਕਰਦਿਆਂ ਹੋਇਆਂ ਜੇ ਉਹ ਵਾਅਦਿਆਂ ਦੇ ਵਿੱਚੋਂ 30, 40, 45% ਹੀ ਜਿਹੜੇ ਆ ਉਹ ਪੂਰੇ ਕਰ ਜਾਂਦੇ ਆ, ਤਾਂ ਦੁਬਾਰਾ ਕੋਈ ਬਦਲ ਹੋਰ ਪੰਜਾਬ ਦੇ ਲੋਕਾਂ ਕੋਲ ਨਹੀਂ ਹੋਣਾ। ਕਿਉਂਕਿ ਨਵਾਂ ਬਦਲ, ਜਿਹੜੇ ਪੁਰਾਣੇ ਲੋਕ ਨੇ ਜਿਨ੍ਹਾਂ ਨੂੰ ਰੱਦ ਕੀਤਾ, ਘਰਾਣਿਆਂ ਨੂੰ ਰੱਦ ਕੀਤਾ ਪੰਜਾਬੀਆਂ ਨੇ, ਤੇ ਉਹਨਾਂ ਨੂੰ ਦੁਬਾਰਾ ਜਿਹੜਾ ਪੰਜਾਬ ਦੇ ਇਹ ਬੰਦੇ ਜਿਨ੍ਹਾਂ ਨੇ 92 ਚੁਣ ਕੇ ਭੇਜੇ ਆ ਪੰਜਾਬ ਦੀ ਜਨਤਾ ਨੇ, ਉਹਨਾਂ ਨੂੰ ਦੁਬਾਰਾ ਨਹੀਂ ਉਹ ਦੇਖਣਾ ਚਾਹੁੰਣਗੇ। ਇਸ ਕਰਕੇ ਇਹ 30, 35, 40% ਵੀ ਆਪਣੇ ਜਿਹੜੇ ਪ੍ਰੋਮਿਸਿਸ ਜਿਹੜੇ ਆ ਪੂਰੇ ਕਰ ਜਾਂਦੇ ਆ, ਤਾਂ ਸ਼ਾਇਦ ਪੰਜਾਬੀਆਂ ਦੇ ਕੋਲ ਇਹਨਾਂ ਤੋਂ ਬਿਨਾਂ ਕੋਈ ਹੋਰ ਬਦਲ ਹੋਣਾ ਨਹੀਂ ਹੈ। ਕਿਉਂਕਿ ਲੋਕ ਔਖੇ ਬੜੇ ਆ, ਰੋਜ਼ਮਰਰਾ ਦੀਆਂ ਜਿਹੜੀਆਂ ਪ੍ਰੋਬਲਮਸ ਹੈ ਉਹਦੇ ਤੋਂ। ਜਿੱਦਾਂ ਹੁਣ ਬਿਜਲੀ ਮੁਫਤ ਵਾਲਾ ਮਾਮਲਾ ਜਾਂ ਮੁਫਤ ਦੀ ਜਿਹੜੀ ਟੋਟਲ ਪੋਲੀਟਿਕਸ ਹੈ, ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਖੇ ਸੌਖੇ ਜਿਵੇਂ ਮਰਜ਼ੀ ਕਰਕੇ ਉਹ ਜੇ ਸਿਰੇ ਚੜਾ ਜਾਂਦੇ ਆ, ਤੇ ਫਿਰ ਥੋੜੀ ਮੁਸ਼ਕਿਲ ਹੈ। ਪਰ ਜੇ ਇਸ ਤਰ੍ਹਾਂ ਦੀਆਂ ਨਾਲ ਨਾਲ ਗਲਤੀਆਂ ਵੀ ਜਾਂਦੀਆਂ, ਤੇ ਜਿਹੜੇ ਪ੍ਰੋਮਿਸਿਸ ਹੈ ਉਹ ਵੀ ਉਹ ਪੂਰੇ ਨਹੀਂ ਕਰ ਪਾਉਂਦੇ, ਰੈਵਨਿਊ ਜਨਰੇਟ ਨਹੀਂ ਕਰ ਪਾਉਂਦੇ, ਤੇ ਉਹੀ ਹਾਲ ਹੋ ਜਾਂਦਾ ਹੈ ਜੋ ਕਾਂਗਰਸੀ ਸਰਕਾਰ ਵੇਲੇ ਜਾਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਵੇਲੇ ਰਿਹਾ। ਤਾਂ ਫਿਰ ਪੰਜਾਬੀ ਕੁਝ ਹੋਰ ਬਦਲ ਵੱਲ ਚੱਲਣਗੇ, ਕੁਝ ਹੋਰ ਲੱਭਣਗੇ। ਵਕਤ ਦੀ ਕੁੱਖ ਦੇ ਵਿੱਚ ਬਹੁਤ ਕੁਝ ਏਦਾਂ ਦਾ ਹੁੰਦਾ ਜਿਹੜਾ ਨਹੀਂ ਪਤਾ ਲੱਗਦਾ, ਫੁੱਟਣ ਤੇ ਪਤਾ ਲੱਗਦਾ ਹੈ। ਕਿਸੇ ਨੇ ਸੀ ਸੋਚਿਆ ਵੀ 20 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਜਿਹਦੇ 11 MLA ਭੱਜ ਗਏ ਤੇ 9 ਰਹਿ ਗਏ ਸੀ, ਤੇ ਉਮੀਦ ਤਾਂ ਇਹ ਸੀ ਵੀ ਇਹ ਪਾਰਟੀ ਜਿਵੇਂ ਚੱਲ ਰਿਹਾ ਸੀ ਸਾਰਾ ਕੁਝ, ਇੱਕ ਵੀ ਸੀਟ ਨਹੀਂ ਜਿੱਤਦੀ ਜਿਹਦੀ ਸੀ, ਤੇ ਮੁੜ ਕੇ 92 ਸੀਟਾਂ ਜਿੱਤ ਗਈ। ਕਿਹਨੇ ਸੋਚਿਆ ਸੀ? ਜਿਹੜੇ ਬਹੁਤ ਵੱਡੇ ਪੱਧਰ ਤੇ ਵੀ ਜਿਤਾ ਰਹੇ ਸੀ ਆਮ ਆਦਮੀ ਪਾਰਟੀ ਨੂੰ, ਉਹਨਾਂ ਨੇ ਵੀ 92 ਸੀਟਾਂ ਨਹੀਂ ਸੋਚੀਆਂ। ਸੋ ਕਿਸੇ ਨੇ ਨਹੀਂ ਸੋਚਿਆ ਅੱਜ ਤੋਂ 10 ਸਾਲ ਪਹਿਲਾਂ ਕੋਈ ਅਰਵਿੰਦ ਕੇਜਰੀਵਾਲ ਨਾਂ ਦਾ ਬੰਦਾ ਵੀ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਨਾਂ ਏਦਾਂ ਦਾ ਹੋਏਗਾ ਜਿਹਦੇ ਬਾਰੇ ਇਹ ਗੱਲ ਕਹੀ ਜਾਏਗੀ ਕਿ ਹੋ ਸਕਦਾ 2029 ਦੇ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਸਭ ਤੋਂ ਪ੍ਰਮੁੱਖ ਦਾਅਵੇਦਾਰ ਹੋਵੇ। ਸੋ ਇਸ ਕਰਕੇ ਵਕਤ ਦੀ ਕੁੱਖ ਹਾਲੇ ਬੜਾ ਕੁਝ ਹੈ, ਤੇ ਜਿਹੜੇ ਲੋਕ ਰੱਦ ਕਰ ਦਿੱਤੇ ਨੇ ਉਹਨਾਂ ਨੂੰ ਦੁਬਾਰਾ ਪੰਜਾਬੀ ਫੇਰ ਸ਼ਾਇਦ ਪ੍ਰਵਾਨ ਨਹੀਂ ਕਰਨਗੇ। ਇਹਨਾਂ ਦੀਆਂ ਮਹਾਨਲੈਕੀਆਂ ਦੇ ਬਾਵਜੂਦ ਉਹਨਾਂ ਨੂੰ ਪ੍ਰਵਾਨ ਨਹੀਂ ਕਰਨਗੇ। ਜੇ ਮਹਾਨਲੈਕੀਆਂ ਇਸ ਤੋਂ ਵੀ ਅੱਗੇ ਵੱਧ ਗਈਆਂ ਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਦੇ ਵਿੱਚ ਕੁਝ ਵੀ ਪੂਰਾ ਨਹੀਂ ਕਰ ਸਕੇ, ਤਾਂ ਫਿਰ ਜ਼ਰੂਰ ਹੈ ਕੋਈ ਨਵਾਂ ਬਦਲ ਗਿਆ। ਅੱਛਾ, ਤੁਸੀਂ ਕਹਿ ਰਹੇ ਹੋ ਕਿ ਜੇ ਇਹ ਲੋਕਾਂ ਦੀਆਂ ਬੁਨਿਆਦੀ ਲੋੜਾਂ ਜਿਹੜੀਆਂ ਨੇ ਉਹਨਾਂ ਵੱਲ ਧਿਆਨ ਦੇ ਕੇ ਕੋਈ 25-30% ਵੀ ਪੂਰੀਆਂ ਕਰ ਦੇਣ ਤੇ ਲੋਕ ਇਹਨਾਂ ਨੂੰ ਅਡਾਪਟ ਕਰ ਲੈਣਗੇ, ਯਾਨੀ ਕਿ ਅਬ ਜਗ੍ਹਾ ਅਸੀਂ ਦੇ ਦੇਣਗੇ ਕਿ ਇਹਨਾਂ ਦਾ ਬਦਲ ਨਹੀਂ ਬਣੇਗਾ। ਤੇ ਦੂਜਾ ਪੱਖ ਫਿਰ ਮੈਨੂੰ ਉਹੀ ਬਾਰ-ਬਾਰ ਚੇਤਾ ਆਉਂਦਾ, ਬਾਬੇ ਨਾਨਕ ਦਾ ਕਥਨ ਚੇਤੇ ਆਉਂਦਾ ਆ, ਜੇ ਜੀਵੇ ਪਤ ਲੱਥੀ ਜਾਵੇ। ਤੇ ਅੱਗੇ ਮੈਂ ਪੂਰਾ ਨਾ ਪੜਾਂ ਕਿਉਂਕਿ ਗਲਤੀ ਹੋਣ ਦੀ ਸੰਭਾਵਨਾ ਹੈ। ਗੁਰਬਾਣੀ ਦਾ ਥੋੜਾ ਜਿਹਾ ਅੱਖਰ ਇੱਧਰ ਉੱਧਰ ਹੋ ਜੇ ਤੇ ਕਹਿ ਦਿੰਦੇ ਆ ਕਿ ਇਹਦੀ ਬੇਇੱਜ਼ਤੀ ਹੋ ਗਈ। ਤੇ ਮਤਲਬ ਉਹਦਾ ਇਹ ਆ ਕਿ ਜੇ ਤੁਹਾਡੇ ਜੀਂਦਿਆਂ ਤੁਹਾਡੀ ਇੱਜ਼ਤ ਨਹੀਂ ਤੇ ਜੋ ਤੁਸੀਂ ਖਾ ਪੀ ਰਹੇ ਹੋ ਨਾ, ਉਹ ਤੁਹਾਡੇ ਲਈ ਇੱਕ ਕਿਸਮ ਦਾ ਹਰਾਮ ਆ, ਤਰਕਾਰ ਆ ਤੁਹਾਡੇ ਜੀਣ ਦੇ ਉੱਤੇ। ਤੇ ਪੰਜਾਬੀਆਂ ਨੂੰ ਇਹੋ ਜਿਹੇ ਆਗੂ ਮਿਲੇ ਹੋਣ, ਇਹੋ ਜਿਹੇ ਗੁਰੂ ਮਿਲੇ ਹੋਣ ਜਿਹੜੇ ਅਣਖ ਨੂੰ, ਪੱਤ ਨੂੰ ਸਭ ਤੋਂ ਉੱਪਰ ਰੱਖਦੇ ਹੋਣ, ਆਚਰਨ ਨੂੰ, ਸੱਚ ਨੂੰ। ਬਾਰ-ਬਾਰ ਗੁਰਬਾਣੀ 'ਚ ਆਉਂਦਾ ਆ, ਸੱਚ ਉਰੇ ਸਭ ਕੇ ਉੱਪਰ ਸੱਚ ਆਚਾਰ, ਆਚਰਨ ਦੇ ਉੱਤੇ ਜ਼ੋਰ ਆ, ਸੱਚਾਈ ਦੇ ਉੱਤੇ ਜ਼ੋਰ ਆ। ਕਿਵੇਂ ਸਚਾਰਾ ਹੋਵੀਏ ਕਿ ਕੂੜੇ ਟੁੱਟੇ ਪਰ ਜਿਹੜੀ ਮਰਜ਼ੀ ਤੁਕ ਪੜ ਲਈ ਆਪਾਂ। ਤੇ ਉਹ ਪੰਜਾਬੀ ਸਿਰਫ ਬਿਜਲੀ ਦੇ 300 ਯੂਨਿਟ ਫ੍ਰੀ ਲੈਣ ਲਈ, ਜਾਂ ਜਿੱਦਾਂ ਦਾਲ ਆਟਾ ਸਕੀਮ ਪਿਛਲੀਆਂ ਸਰਕਾਰਾਂ ਦਿੰਦੀਆਂ ਰਹੀਆਂ, ਤੇ ਮਾੜਾ ਮੋਟਾ ਇਹ ਕਿ ਸਾਡੇ ਸਕੂਲ ਨੂੰ ਕਲੀ ਹੋ ਗਈ ਤੇ ਮਾਡਰਨ ਸਕੂਲ ਬਣ ਗਿਆ, ਉਹਦੀ ਖਾਤਰ ਅਸੀਂ ਇਹ ਸਾਰਾ ਇੰਨਾ ਜੋ ਤਰੱਦਦ ਕਰ ਰਹੇ ਹਾਂ,
ਉਹ ਕਰਾਂਗੇ ਤੇ ਉਹਨੂੰ ਬਰਦਾਸ਼ਤ ਕਰਦੇ ਜਾਵਾਂਗੇ। ਦੇਖੋ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਨਾ, ਜਿਹੜਾ ਸਾਡੀ ਪਰੰਪਰਾ ਦੇ ਵਿੱਚ ਪਿਆ, ਜੋ ਗ੍ਰੰਥ ਸਾਹਿਬ ਦੇ ਵਿੱਚ ਜੋ ਪੁੱਜਾ ਹੈ, ਉਹ ਅਸਲ ਦੇ ਵਿੱਚ ਜਿੱਦਾਂ ਸਾਡਾ ਬਹੁਤ ਸੰਜੀਦਾ ਕਲਾਕਾਰ ਜਿਹਨੂੰ ਕਾਮੇਡੀਅਨ ਕਹਿ ਕੇ ਕਈ ਵਾਰੀ ਪਿੱਛੇ ਛੱਡ ਦਿੰਦੇ ਆ, ਰਾਣਾ ਰਣਵੀਰ ਦੀ ਇੱਕ ਭਾਸ਼ਣਾਂ ਦੀ ਲੜੀ ਆ, ਉਹਦੇ 'ਚ ਇੱਕ ਗੱਲ ਉਹਨੇ ਕਹੀ ਸੀ ਵੀ ਅਸੀਂ ਅਸਲ ਦੇ ਵਿੱਚ ਨਾ ਪਾਠੀ ਆ, ਬਸ ਪਾਠ ਹੀ ਕਰਦੇ ਆ, ਸਮਝਦੇ ਕੋਈ ਨਹੀਂ। ਮਤਲਬ ਇਹ ਗੱਲਾਂ ਜਿਹੜੀਆਂ ਜਿੱਦਾਂ ਹੁਣ ਤੁਸੀਂ ਵੀ ਕਿਹਾ ਕਿ ਜੇ ਕੋਈ ਗਲਤ ਕਹਿ ਦਿੱਤੀ ਗਈ, ਮੂੰਹ ਤੋਂ ਨਿਕਲ ਗਈ ਸਾਡੇ ਤੇ, ਤਾਂ ਲਾਜ਼ਮੀ ਤੌਰ ਦੇ ਉੱਤੇ ਬਹੁਤ ਦਿੱਕਤ ਵਾਲੀ ਮਸਲਾ ਖੜਾ ਹੋ ਜਾਏਗਾ। ਲਗਾਤਾਰ ਪੰਜਾਬ ਦੇ ਹਰ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਹੁੰਦੇ ਆ, ਹਰ ਘਰ ਦੇ ਵਿੱਚ ਗੁਰਬਾਣੀ ਹੈ, ਪਰ ਗੁਰਬਾਣੀ ਦੇ ਅਰਥਾਂ ਦਾ ਸੰਚਾਰ ਕਿਤੇ ਨਹੀਂ ਹੈ। ਕਿਸੇ ਨੂੰ ਨਹੀਂ ਪਤਾ ਵੀ ਗ੍ਰੰਥੀ ਸਿੰਘ ਕੀ ਪੜ੍ਹ ਰਿਹਾ, ਕੀ ਨਹੀਂ ਪੜ੍ਹ ਰਿਹਾ, ਇਹਦਾ ਕੀ ਅਰਥ ਹੈ, ਕੀ ਨਹੀਂ ਹੈ। ਉਹ ਬਸ ਉਹ ਇੱਕ ਚੱਲਿਆ ਹੋਇਆ ਉਦਾਂ ਅਸੀਂ ਚਲਾਈ ਜਾਂਦੇ ਆ। ਇਹ ਜਿਹੜੇ ਅਰਥ ਤੁਸੀਂ ਦੱਸਦੇ ਹੋ, ਜਿਹੜੇ ਮਤਲਬ ਪੰਜਾਬੀਆਂ ਦੀ ਗੈਰਤ ਦੀ ਜਿਹੜੀ ਆਪਾਂ ਗੱਲ ਕਰਦੇ ਆ, ਇਹ ਸਮਝ ਹੀ ਨਹੀਂ ਆਉਂਦੇ ਸਾਨੂੰ। ਜਦ ਸਮਝ ਨਹੀਂ ਆਉਂਦੀ, ਸਾਡੀ ਸੋਚ ਦਾ ਹਿੱਸਾ ਨਹੀਂ ਬਣਦੇ, ਸੋਚ ਦਾ ਹਿੱਸਾ ਨਹੀਂ ਬਣਦੇ ਤਾਂ ਫਿਰ ਨਿੱਕੇ ਨਿੱਕੇ ਫਾਇਦਿਆਂ ਲਈ, ਨਿੱਕੇ ਨਿੱਕੇ ਕਰਜ਼ਿਆਂ ਲਈ ਅਸੀਂ ਖੜ ਜਾਂਦੇ ਹਾਂ। ਇੱਥੇ ਤੁਸੀਂ ਮਾਝੇ ਦੇ ਵਿੱਚ ਨਵਾਂ ਟ੍ਰੈਂਡ ਨਹੀਂ ਦੇਖ ਰਹੇ, ਜਿਹੜੀ ਧਰਮ ਦੀ ਤਬਦੀਲੀ ਦੇ ਜਿਹੜੇ ਬਹੁਤ ਸਾਰੇ ਕੇਸਿਸ ਆ ਰਹੇ ਆ। ਕੌਣ ਲੋਕ ਨੇ ਜਿਹੜੇ ਉਹ ਬੜੇ ਆਰਾਮ ਦੇ ਨਾਲ ਆਪਣਾ ਧਰਮ ਬਦਲ ਜਾਂਦੇ ਆ। ਧਰਮ ਲਈ ਜਾਨ ਦੇਣ ਵਾਲੀ ਪਰੰਪਰਾ ਨੂੰ ਨਿਰਵਾਹ ਕਰਨ ਦੀ ਥਾਂ ਦੇ ਉੱਤੇ ਲੋਕ ਜਿਹੜੇ ਆਪਣਾ ਧਰਮ ਬਦਲ ਲੈਂਦੇ ਨਿੱਕੀ ਜਿਹੀ ਗੱਲ ਕਰਕੇ, ਕਿਉਂਕਿ ਉਹਨਾਂ ਦੇ ਉਹ ਜਿਹੜੀਆਂ ਗਰਜਾਂ ਨਹੀਂ ਪੂਰੀਆਂ ਹੁੰਦੀਆਂ ਤੇ ਕੋਈ ਹੋਰ ਉਹਨਾਂ ਦੀ ਗਰਜ ਪੂਰੀ ਕਰਦਾ, ਉਹ ਧਰਮ ਬਦਲ ਲੈਂਦਾ। ਕੋਈ ਬੰਦਾ ਵਿਗਿਆਨਕ ਆਧਾਰ ਤੇ ਆਪਣਾ ਧਰਮ ਬਦਲ ਸਕਦਾ ਹੈ, ਜਿੱਦਾਂ ਡਾਕਟਰ ਅੰਬੇਡਕਰ ਨੇ ਬਦਲਿਆ ਵੀ ਨਹੀਂ ਮੈਨੂੰ ਹਿੰਦੂ ਧਰਮ ਕਬੂਲ ਨਹੀਂ ਹੈ, ਮੈਂ ਤਾਂ ਬੁੱਧ ਧਰਮ ਜਿਹੜਾ ਪ੍ਰਵਾਨ ਕਰਦਾ। ਉਹ ਕਿ ਗਿਆਨ, ਉਹਦੇ ਵਿੱਚ ਉਹ ਧਰਮ ਦੀ ਤਬਦੀਲੀ ਦਾ ਆਧਾਰ ਗਿਆਨ ਹੈ। ਜਿਹੜੀ ਹੁਣ ਧਰਮ ਦੀਆਂ ਤਬਦੀਲੀਆਂ ਹੋ ਰਹੀਆਂ ਉਹਦੇ 'ਚ ਪੈਸਾ ਆ ਜਾਂ ਗੁਜ਼ਾਰਾ ਆ, ਬਈ ਇੱਧਰ ਗੁਜ਼ਾਰਾ ਨਹੀਂ ਹੁੰਦਾ। ਤੇ ਅਸੀਂ ਦਾਅਵੇਦਾਰ ਹਾਂ, ਬਹੁਤ ਵੱਡੇ ਦਾਅਵੇਦਾਰ ਹਾਂ, ਜਿਹੜੇ ਅਦਾਰੇ ਵੱਡੇ ਵੱਡੇ ਅਸੀਂ ਸਥਾਪਿਤ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਕੇ, ਉਹਨਾਂ ਦੀ ਇਹ ਨਾਕਾਮੀ, ਉਹਨਾਂ ਦੀ ਫੇਲਰ ਹੈ। ਅਸੀਂ ਗੁਰਬਾਣੀ ਨੂੰ ਲੋਕਾਂ ਤੱਕ ਪਹੁੰਚਾ ਹੀ ਨਹੀਂ ਸਕੇ, ਪ੍ਰਚਾਰ ਪ੍ਰਸਾਰ ਹੀ ਨਹੀਂ ਕਰ ਸਕੇ। ਅਸੀਂ ਤਾਂ ਠੇਕਾ ਦੇ ਦਿੱਤਾ, ਇੱਕ ਟੱਬਰ ਨੂੰ ਠੇਕਾ ਦੇ ਦਿੱਤਾ, ਤੇ ਉਹ ਠੇਕਾ ਹੁਣ ਚਰਚਾ ਦੇ ਵਿੱਚ ਆ, ਆਪਾਂ ਨੂੰ ਪਤਾ। ਆਪਾਂ ਉਹ ਵੀ ਗੱਲ ਕਰਦੇ ਆ, ਇੱਕ ਬ੍ਰੇਕ ਲੈ ਲਈਏ ਛੋਟੀ ਜੀ, ਆਪਾਂ ਉੱਤੇ ਵੀ ਆਉਣੇ, ਉਹ ਵੀ ਗੱਲ ਕਰਦੇ, ਕੁਝ ਗੱਲਾਂ ਤੁਹਾਨੂੰ ਹੋਰ ਵੀ ਕਰਨੀਆਂ ਨੇ। ਸੋ ਇੱਕ ਛੋਟਾ ਜਿਹਾ ਬ੍ਰੇਕ ਲੈਣੇ ਜੀ ਸਰ, ਤੇ ਉਸ ਤੋਂ ਬਾਅਦ ਦੁਬਾਰਾ ਆਪਾਂ ਵਾਪਸ ਆਉਣੇ।